ਕਰੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ ਕੋਵਿਡ-19 ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ ਆਈ 6000 ਤੋਂ ਹੇਠਾਂ। BC 'ਚ ਮਨੁੱਖੀ ਗਲਤੀ ਕਾਰਨ ਜਾਰੀ ਹੋਇਆ ਐਮਰਜੈਂਸੀ ਅਲਰਟ। ਸਰੀ 'ਚ ਤੇਜ਼ ਰਫ਼ਤਾਰ ਗੱਡੀ ਨੂੰ ਪਏ ਘੇਰੇ, ਇੱਕ ਵਿਅਕਤੀ ਗ੍ਰਿਫਤਾਰ। ਕੁਐਸਚਨ ਪੀਰੀਅਡ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੋਇਆ ਸਵਾਲ, ਦੂਜੀ ਡੋਜ਼ ਕਿਹੜੀ ਵੈਕਸੀਨ ਦੀ ਲਵਾਉਂਗੇ? ਭਾਜਪਾ ਸਰਕਾਰ ਨੇ ਦਿੱਤੀ ਵੈਕਸੀਨ ਵੰਡ ਤੇ ਸਫਾਈ, ਕਿਹਾ ਦਿੱਲੀ ਸਰਕਾਰ ਦੇ ਰਹੀ ਗਲਤ ਜਾਣਕਾਰੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC 'ਚ 50% ਲੋਕਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਹਾਸਲ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਅੱਜ ਇੱਕ ਪ੍ਰੈਸ ਬਰੀਫਿੰਗ ਦੌਰਾਨ ਦਿੱਤੀ ਹੈ। ਉਹਨਾਂ ਦੱਸਿਆ ਕਿ ਅੱਜ ਕਿਸੇ ਸਮੇਂ BC ਵਿੱਚ ਕੋਵਿਡ-19 ਦੀ ਵੈਕਸੀਨ ਹਾਸਲ ਕਰਨ ਦੇ ਐਲੀਜੀਬਲ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਹੋਣ ਦਾ 50% ਦਾ ਅੰਕੜਾ ਪਾਰ ਹੋ ਜਾਣਾ ਹੈ। ਉਹਨਾਂ ਦੱਸਿਆ ਕਿ 70 ਸਾਲ ਤੋਂ ਵਧੇਰੀ ਉਮਰ ਦੇ 85% ਲੋਕਾਂ ਨੂੰ ਵੈਕਸੀਨ ਹਾਸਲ ਹੋ ਚੁੱਕੀ ਹੈ। ਅੱਜ BC 'ਚ ਕੋਵਿਡ-19 ਦੇ 600 ਮਾਮਲੇ ਰਿਪੋਰਟ ਹੋਏ ਹੈ। ਦੁੱਖ ਦੀ ਗੱਲ ਸੀ ਕਿ ਇੱਕ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,37,223 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1628 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6000 ਤੋਂ ਹੇਠਾਂ ਆ ਗਏ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 5887 ਤੱਕ ਪਹੁੰਚ ਗਈ ਹੈ। BC 'ਚ ਕੋਵਿਡ-19 ਸੰਬੰਧੀ 22,77,318 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀ ਹੈ। BC 'ਚ ਅੱਜ ਇੱਕ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ ਕੀਤਾ ਗਿਆ। ਇਸ ਦੇ ਚੱਲਦਿਆਂ ਸੂਬੇ ਦੇ ਲੋਕਾਂ ਦੀਆਂ ਵਾਇਰਲੈਸ ਡਿਵਾਈਸਾਂ ਤੇ ਇੱਕ ਐਮਰਜੈਂਸੀ ਅਲਰਟ ਭੇਜਿਆ ਗਿਆ। ਇਸ ਦੇ ਬਾਰੇ ਖਬਰਾਂ ਉਜਾਗਰ ਹੋਈਆਂ ਕਿ ਐਮਰਜੈਂਸੀ ਅਲਰਟ ਪਲਾਨ ਨਹੀਂ ਕੀਤਾ ਗਿਆ ਸੀ ਅਤੇ ਮਨੁੱਖੀ ਗਲਤੀ ਕਾਰਨ ਵਾਪਰ ਗਿਆ। ਅੱਜ ਦੁਪਹਿਰ ਕਰੀਬ 12:15 ਵਜੇ ਇਹ ਐਮਰਜੈਂਸੀ ਅਲਰਟ ਭੇਜਿਆ ਗਿਆ। ਇਸ ਅਲਰਟ ਨੂੰ ਰੇਡੀਓ ਅਤੇ TV ਤੇ ਵੀ ਬ੍ਰਾਡਕਾਸਟ ਕੀਤਾ ਗਿਆ। ਯਾਦ ਰਹੇ, ਇਸ ਤੋਂ ਪਹਿਲਾਂ 5 ਮਈ ਨੂੰ ਵੀ ਅਜਿਹਾ ਹੀ ਇੱਕ ਐਮਰਜੈਂਸੀ ਅਲਰਟ ਟੈਸਟ ਕੀਤਾ ਗਿਆ ਸੀ। ਇਹ ਅਲਰਟ ਐਮਰਜੈਂਸੀ ਮੈਨੇਜਮੈਂਟ ਬ੍ਰਿਟਿਸ਼ ਕੋਲੰਬੀਆ ਵੱਲੋਂ ਭੇਜਿਆ ਗਿਆ ਸੀ। ਸਰੀ ਗੈਂਗ ਐਨਫੋਰਸਮੈਂਟ ਟੀਮ ਦਾ ਕਹਿਣਾ ਹੈ ਕਿ ਉਹਨਾਂ ਇੱਕ ਸ਼ੱਕੀ ਕੋਕੇਨ ਦੀ ਇੱਟ-ਨੁਮਾ ਸਮੱਗਰੀ ਬਰਾਮਦ ਕੀਤੀ ਹੈ। ਮਾਮਲਾ 9 ਮਈ ਦਾ ਦੱਸਿਆ ਗਿਆ, ਜਦ ਸਰੀ ਗੈਂਗ ਐਨਫੋਰਸਮੈਂਟ ਟੀਮ ਨੇ ਇੱਕ ਤੇਜ਼ ਰਫ਼ਤਾਰ ਵਾਹਨ ਨੂੰ 108 ਐਵਨਿਊ ਅਤੇ 152 ਸਟਰੀਟ ਦੇ ਇਲਾਕੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ। ਵਾਹਨ ਨੂੰ ਮੌਕੇ ਤੋਂ ਭਜਾ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਹਨਾਂ ਵਾਹਨ ਦਾ ਪਿੱਛਾ ਕੀਤਾ ਅਤੇ ਕੁਝ ਹੀ ਸਮੇਂ 'ਚ ਵਾਹਨ ਨੂੰ ਘੇਰ ਲਿਆ ਗਿਆ। ਇਸ ਤੋਂ ਬਾਅਦ ਵਾਹਨ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ। ਵਧੇਰੇ ਜਾਂਚ ਦੌਰਾਨ 247 ਗ੍ਰਾਮ ਸ਼ੱਕੀ ਕੋਕੇਨ ਬਰਾਮਦ ਹੋਈ। ਇਹ ਵੀ ਦੱਸਿਆ ਗਿਆ ਕਿ ਇਸ ਕੋਕੇਨ ਦੀ ਸਟਰੀਟ ਪੱਧਰ ਤੇ 1225 ਖੁਰਾਕਾਂ ਦੀ ਗਿਣਤੀ ਬਣਦੀ ਹੈ। ਸ਼ੱਕੀ ਡਰੱਗਸ ਤੋਂ ਇਲਾਵਾ ਇੱਕ ਵਾਹਨ, ਕੁਝ ਸੈੱਲਫੋਨ ਤੇ $160 ਕੈਸ਼ ਬਰਾਮਦ ਹੋਏ। ਇਸ ਮਾਮਲੇ 'ਚ ਕੁਕਟਲਮ ਦੇ 27 ਸਾਲਾ ਵਿਅਕਤੀ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਮਾਮਲੇ 'ਚ ਫਿਲਹਾਲ ਕੋਈ ਦੋਸ਼ ਤੈਅ ਨਹੀਂ ਕੀਤੇ ਗਏ ਹਨ। BC 'ਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਦਰਜਨਾਂ ਹੋਰ ਟਿਕਟ ਜਾਰੀ ਕੀਤੇ ਗਏ। ਇਸ ਨਾਲ ਸੰਬੰਧਿਤ ਪ੍ਰੋਵਿੰਸ਼ੀਅਲ ਡਾਟਾ ਦਰਸਾਉਂਦਾ ਹੈ ਕਿ 24 ਅਪ੍ਰੈਲ ਤੋਂ 7 ਮਈ ਦੇ ਦਰਮਿਆਨ ਕੋਵਿਡ-19 ਨਿਯਮਾਂ ਦੇ ਉਲੰਘਣਾ ਦੇ ਮਾਮਲੇ 'ਚ 117 ਟਿਕਟ ਜਾਰੀ ਕੀਤੇ ਗਏ। ਇਸ 'ਚ ਅੱਧੇ ਤੋਂ ਵਧੇਰੇ ਟਿਕਟ $230 ਦੇ ਹਨ। ਇਸ ਨਾਲ ਜੁੜੇ 67 ਟਿਕਟਾਂ ਦੇ ਕੁੱਲ ਜੁਰਮਾਨੇ ਦੀ ਰਕਮ $15,410 ਦੱਸੀ ਗਈ ਹੈ। ਇਸ ਤੋਂ ਇਲਾਵਾ ਨਾਨ ਕੰਪਲਾਇੰਟ ਇਵੈਂਟ ਦੇ ਮਾਮਲੇ ਵਿੱਚ 15 ਟਿਕਟ ਜਾਰੀ ਕੀਤੇ ਗਏ ਹਨ, ਜਿਸ ਵਿੱਚ ਹਰ ਟਿਕਟ ਤੇ $575 ਦਾ ਜੁਰਮਾਨਾ ਹੋਇਆ। ਖਾਸ ਗੱਲ ਇਹ ਸੀ ਕਿ ਇਸੇ ਸਮੇਂ ਦਰਮਿਆਨ $2300 ਦੇ 33 ਟਿਕਟ ਵੀ ਜਾਰੀ ਕੀਤੇ ਗਏ। ਵਾਵੇ ਐਗਜ਼ੈਕਟਿਵ ਮੰਗਵੰਜੋ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਇੱਕ ਨਵਾਂ ਸਬੂਤ ਦਾਖਲ ਕਰਨਾ ਚਾਹੁੰਦੇ ਹਨ। ਜਦ ਅਗਲੇ ਮਹੀਨੇ ਸਾਰੇ ਪੱਖ ਕੋਰਟ ਵਿੱਚ ਵਾਪਸੀ ਕਰ ਲੈਂਦੇ ਹਨ ਤਾਂ ਇਹ ਸਬੂਤ ਦਾਖਲ ਕਰਨ ਦੀ ਮੰਗ ਰੱਖੀ ਗਈ ਹੈ। ਅਮਰੀਕਾ ਨੂੰ ਮੰਗਵੰਜੋ ਦੀ ਸਪੁਰਦਗੀ ਦੇ ਇਸ ਮਾਮਲੇ ਵਿੱਚ 29 ਜੂਨ ਅਤੇ 30 ਜੂਨ ਨੂੰ ਸੁਣਵਾਈ ਰੱਖੀ ਗਈ ਹੈ। ਇਸ ਦੌਰਾਨ ਫੈਸਲਾ ਹੋਵੇਗਾ ਕਿ ਨਵੀਆਂ ਡਿਟੇਲਸ ਐਡਵਾਂਸ ਵਿੱਚ ਹੀ ਦਾਖਲ ਕਰ ਦਿੱਤੀਆਂ ਜਾਣ, ਜਦਕਿ ਅਗਸਤ ਦੇ ਆਖਰੀ 3 ਹਫ਼ਤਿਆਂ ਦੌਰਾਨ ਇਸ ਦੀ ਫਾਈਨਲ ਸੁਣਵਾਈ ਹੋਣੀ ਹੈ। ਯਾਦ ਰਹੇ, ਮੰਗਵੰਜੋ ਨੂੰ ਸਾਲ 2018 'ਚ ਦਸੰਬਰ ਦੀ ਸ਼ੁਰੂਆਤ ਵਿੱਚ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। BC 'ਚ ਪੈਂਟਿੰਗਟਨ 'ਚ ਅਧਿਕਾਰੀਆਂ ਵੱਲੋਂ ਪ੍ਰੀਮੀਅਰ ਜੌਨ ਹੌਰਗਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ 42 ਬੈੱਡਸ ਵਾਲੇ ਸ਼ੈਲਟਰ ਨੂੰ ਬੰਦ ਕਰਨ 'ਚ ਮਦਦ ਕੀਤੀ ਜਾਵੇ। ਓਕਨਾਗਨ ਸਿਟੀ 'ਚ ਇਸ ਟੈਂਪਰੇਰੀ ਸ਼ੈਲਟਰ ਤੇ ਵਿਵਾਦ ਖੜਾ ਹੋ ਗਿਆ। ਪੈਂਟਿੰਗਟਨ ਦੇ ਮੇਅਰ ਜੌਨ ਵੈਸਿਲਾਕੀ ਨੇ ਇਸ ਬਾਬਤ ਹੌਰਗਨ ਨੂੰ ਇੱਕ ਚਿੱਠੀ ਵੀ ਲਿਖੀ ਹੈ। ਇਸ ਸ਼ੈਲਟਰ ਨੂੰ BC ਹਾਊਸਿੰਗ ਵੱਲੋਂ ਇੱਕ ਐਪਲੀਕੇਸ਼ਨ ਤੇ 1 ਸਾਲ ਦੇ ਲਈ
ਟੈਂਪਰੇਰੀ ਪੱਧਰ ਤੇ ਵਰਤਣ ਦਾ ਪਰਮਿਟ ਹਾਸਲ ਹੈ। ਅਟਾਰਨੀ ਜਨਰਲ ਡੇਵਿਡ ਇਬੀ ਦਾ ਕਹਿਣਾ ਹੈ ਕਿ ਸੂਬੇ ਨੂੰ ਫਿਲਹਾਲ ਹੋਰ ਸਮੇਂ ਦੀ ਲੋੜ ਹੈ, ਜਿਸ ਨਾਲ ਸ਼ੈਲਟਰ ਨਿਵਾਸੀਆਂ ਦੇ ਲੰਮੇ ਸਮੇਂ ਦੇ ਰਹਿਣ ਦੇ ਪ੍ਰਬੰਧ ਕੀਤੇ ਜਾ ਸਕਣ। ਹਾਲਾਂਕਿ ਵਾਸੀਲਾਕੀ ਦਾ ਕਹਿਣਾ ਹੈ ਕਿ ਰੈਜ਼ੀਡੈਂਟਸ ਇਸ ਦੇ ਬੰਦ ਹੋਣ ਦੇ ਹੱਕ ਵਿੱਚ ਹੈ। ਉਹਨਾਂ ਕਿਹਾ ਕਿ ਇਹ ਫੈਸਿਲਿਟੀ ਅਪਰਾਧ ਦਾ ਗੜ੍ਹ ਬਣ ਗਈ ਹੈ। ਅੱਜ ਕੁਐਸਚਨ ਪੀਰੀਅਡ ਦੌਰਾਨ ਕੰਜ਼ਰਵੇਟਿਵ ਹੈਲਥ ਕ੍ਰਿਟਿਕ ਮਿਸ਼ੇਲ ਰੈਂਪਲ ਗਾਰਨਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਵਾਲ ਕੀਤਾ ਕਿ ਉਹਨਾਂ ਕੋਵਿਡ-19 ਦੀ ਪਹਿਲੀ ਵੈਕਸੀਨ ਦੇ ਤੌਰ ਤੇ ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਹਾਸਲ ਕੀਤੀ ਸੀ। ਉਹਨਾਂ ਪੁੱਛਿਆ ਕਿ ਹੁਣ ਪ੍ਰਧਾਨ ਮੰਤਰੀ ਨੂੰ ਦੂਜੀ ਡੋਜ਼ ਕਿਹੜੀ ਖੁਰਾਕ ਦੀ ਪ੍ਰਦਾਨ ਹੋਵੇਗੀ। ਮਿਸ਼ੇਲ ਰੈਂਪਲ ਗਾਰਨਰ ਨੇ ਪੁੱਛਿਆ ਕਿ ਕੀ ਇਹ ਦੂਜੀ ਡੋਜ਼ ਐਸਟਰਾਜ਼ੈਨੇਕਾ ਵੈਕਸੀਨ ਦੀ ਹੀ ਹੋਵੇਗੀ ਜਾਂ ਫਿਰ ਕਿਸੇ ਹੋਰ ਵੈਕਸੀਨ ਦੀ ਡੋਜ਼ ਪ੍ਰਦਾਨ ਹੋਵੇਗੀ। ਇਹ ਸਵਾਲ ਉਸ ਵੇਲੇ ਪੁੱਛੇ ਗਏ ਜਦੋਂ ontario 'ਚ ਐਸਟਰਾਜ਼ੈਨੇਕਾ ਦੀ ਡੋਜ਼ ਹਾਸਲ ਕਰ ਚੁੱਕੇ ਲੋਕਾਂ ਨੂੰ ਦੂਜੀ ਡੋਜ਼ ਮਿਕਸ ਕਰਕੇ ਯਾਨੀ ਕਿ ਕਿਸੇ ਹੋਰ ਵੈਕਸੀਨ ਦੀ ਡੋਜ਼ ਪ੍ਰਦਾਨ ਕਰਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। The Prime Minister received his first dose of the AstraZeneca vaccine. Will he be getting a second dose of the AstraZeneca vaccine, 2 doses of Pfizer or Moderna, or 1 dose of Pfizer or Moderna in the future? Which one will it be? ਇਸ ਤੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਐਸਟਰਾਜ਼ੈਨੇਕਾ ਦੀ ਹੀ ਦੂਜੀ ਡੋਜ਼ ਹਾਸਲ ਕੀਤੀ ਜਾਵੇ। ਹਾਲਾਂਕਿ ਉਹਨਾਂ ਕਿਹਾ ਕਿ ਅਜਿਹਾ ਮਸਲਾ ਹੈ ਜਿਸ ਤੇ ਮਾਹਰਾਂ ਨੂੰ ਟਿੱਪਣੀ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਰਾਜਨੀਤਿਕ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਉਹਨਾਂ ਕਿਹਾ ਕਿ ਇਸ ਬਾਰੇ ਰਾਜਨੀਤਿਕ ਲੋਕਾਂ ਤੋਂ ਸਲਾਹ ਨਾ ਲਓ ਅਤੇ ਖਾਸ ਤੌਰ ਤੇ ਕੰਜ਼ਰਵੇਟਿਵਸ ਤੋਂ ਤਾਂ ਇਸ ਮਾਮਲੇ 'ਚ ਬਿਲਕੁਲ ਵੀ ਸਲਾਹ ਨਾ ਲਈ ਜਾਵੇ। Talked to my doctor just last week. He recommended that I indeed get a second dose of AstraZeneca in the coming weeks or months when it becomes available. When my turn comes up in the month of Ontario, in the province of Ontario, that is what I am focused on doing. I know there are questions being asked around the world about the data that involves mixing and matching doses. There are no recommendations around that yet, but I know scientists are leaning in carefully to see if it may be the right option for many people. The Prime Minister and the government don't make health recommendations. That's not my job. ਇਜ਼ਰਾਈਲ ਦੇ ਫਾਈਟਰ ਜੈਟਸ ਵੱਲੋਂ ਗਾਜ਼ਾ ਸਿਟੀ ਦੀ ਇੱਕ 14 ਮੰਜ਼ਿਲਾ ਇਮਾਰਤ ਨੂੰ ਬੰਬ ਹਮਲਿਆਂ ਵਿੱਚ ਡੇਗ ਦਿੱਤਾ ਗਿਆ। ਇਸ ਇਮਾਰਤ ਵਿੱਚ ਵਪਾਰਕ ਥਾਵਾਂ ਵੀ ਸਨ ਅਤੇ ਹਮਾਸ ਦੇ ਦਫ਼ਤਰ ਵੀ ਸਨ, ਜਦਕਿ ਇਸ 'ਚ ਅਲ ਅਕਸਾ ਸੈਟੇਲਾਈਟ ਟੀਵੀ ਚੈਨਲ ਵੀ ਸੀ। ਹਮਾਸ ਦਾ ਕਹਿਣਾ ਹੈ ਕਿ ਇਸ ਦੇ ਜਵਾਬ ਵਿੱਚ ਇਜ਼ਰਾਈਲ ਤੇ 130 ਰਾਕਟ ਦਾਗੇ ਗਏ ਹਨ। ਇਜ਼ਰਾਈਲੀ ਟੀਵੀ ਚੈਨਲਾਂ ਤੇ ਕੁਝ ਤਸਵੀਰਾਂ ਅਤੇ ਵੀਡੀਓ ਬ੍ਰੌਡਕਾਸਟ ਕੀਤੇ ਗਏ ਹਨ, ਜਿਸ ਦੌਰਾਨ ਸੈਂਟਰਲ ਗਾਜ਼ਾ ਸਿਟੀ ਵਿੱਚ ਇੱਕ ਹਾਈ ਰਾਈਜ਼ ਇਮਾਰਤ ਨੂੰ ਡਿੱਗਦੇ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਜੂਇਸ਼ ਇਜ਼ਰਾਈਲੀ ਆਬਾਦੀ ਵਾਲੇ ਸ਼ਹਿਰਾਂ 'ਚ ਹਿੰਸਕ ਘਟਨਾਵਾਂ ਵਾਪਰ ਰਹੀਆਂ। ਇਸ ਦੌਰਾਨ ਇੱਕ ਜੂਇਸ਼ ਰੈਸਟੋਰੈਂਟ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇੱਕ ਸਾਈਨਗੋਜ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਅਰਬ ਆਦਮੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਕਈ ਅਰਬ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦਿੱਲੀ ਸਰਕਾਰ ਵੱਲੋਂ ਕੇਂਦਰ ਤੇ ਵੈਕਸੀਨ ਦੀ ਸਪਲਾਈ ਤੇ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਹੁਣ ਬੀਜੇਪੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਸਫਾਈ ਦਿੱਤੀ ਹੈ। ਪਾਤਰਾ ਨੇ ਕਿਹਾ ਕਿ ਦਿੱਲੀ ਸਰਕਾਰ ਜਨਤਾ 'ਚ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੇਂਦਰ ਨੇ ਮੁਫਤ ਵਿੱਚ 6.5 ਕਰੋੜ ਵੈਕਸੀਨ ਦੇ ਡੋਜ਼ ਦੂਜੇ ਦੇਸ਼ਾਂ ਨੂੰ ਭੇਜ ਦਿੱਤੇ। ਸੰਬਿਤ ਪਾਤਰਾ ਨੇ ਕਿਹਾ ਕਿ 11 ਮਈ 2021 ਤੱਕ ਕਰੀਬ 6.63 ਕਰੋੜ ਵੈਕਸੀਨ ਦੇ ਡੋਜ਼ ਭਾਰਤ ਤੋਂ ਬਾਹਰ ਭੇਜੇ ਗਏ। ਇਸ 'ਚ ਸਿਰਫ 1 ਕਰੋੜ 7 ਲੱਖ ਵੈਕਸੀਨ ਮਦਦ ਦੇ ਰੂਪ ਵਿੱਚ ਭੇਜੀਆਂ ਗਈਆਂ, ਜਦਕਿ ਬਾਕੀ 84% ਦੀ ਵੈਕਸੀਨ ਲਾਇਬਿਲਿਟੀ ਦੇ ਰੂਪ ਵਿੱਚ ਭੇਜੀ ਗਈ, ਜੋ ਤੁਹਾਨੂੰ ਕਰਨਾ ਹੀ ਪੈਣਾ ਸੀ ਚਾਹੇ ਕੋਈ ਵੀ ਸਰਕਾਰ ਹੁੰਦੀ।